ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਅੱਜ ਇਕਨੋਮਿਕਸ ਦਾ ਜਿਹੜਾ ਟੌਪਿਕ ਲੈ ਕੇ ਅਸੀਂ ਤੁਹਾਡੇ ਸਾਹਮਣੇ ਆਏ ਹਾਂ ਉਹ ਹੈ ਪ੍ਰੋਬਲਮ ਆਫ ਇੰਡਸਟਰੀਅਲ ਡਿਵੈਲਪਮੈਂਟ ਇਨ ਇੰਡੀਆ। ਭਾਰਤ ਵਿੱਚ ਉਦਯੋਗਿਕ ਵਿਕਾਸ ਦੀ ਸਮੱਸਿਆਵਾਂ। ਇਹਦਾ ਪਹਿਲਾ ਐਪੀਸੋਡ ਜਿਹੜਾ ਹੈ ਸ਼ਾਇਦ ਤੁਸੀਂ ਵੇਖਿਆ ਹੋਵੇਗਾ ਔਰ ਉੱਥੋਂ ਤੁਹਾਨੂੰ ਪਤਾ ਲੱਗਿਆ ਹੋਵੇਗਾ ਕਿ ਉਦਯੋਗਿਕ ਵਿਕਾਸ ਕਿਸੇ ਦੇਸ਼ ਲਈ ਕਿੰਨਾ ਜ਼ਰੂਰੀ ਹੈ। ਭਾਰਤ ਦੇ ਵਿਕਾਸ ਲਈ ਜਾਂ ਕਿਸੇ ਵੀ ਦੇਸ਼ ਦੇ ਵਿਕਾਸ ਲਈ ਉਦਯੋਗਿਕ ਵਿਕਾਸ ਦੀ ਕੀ ਭੂਮਿਕਾ ਹੈ। ਤੋ ਹੁਣ ਜਿਹੜਾ ਟੌਪਿਕ ਅਸੀਂ ਕਰਨ ਜਾ ਰਹੇ ਹਾਂ ਬੇਟਾ ਉਹ ਹੈ ਭਾਰਤ ਵਿੱਚ ਉਦਯੋਗਿਕ ਵਿਕਾਸ ਦੀਆਂ ਸਮੱਸਿਆਵਾਂ। ਤੋ ਅਸੀਂ ਇਸ ਵਿੱਚ ਜ਼ਿਕਰ ਕਰਦੇ ਹਾਂ ਕਿ ਉਦਯੋਗਿਕ ਵਿਕਾਸ ਕੀ ਹੈ, ਜੋ ਅਸੀਂ ਪਹਿਲੇ ਵੀ ਸਟੱਡੀ ਕੀਤਾ ਹੈ। ਉਦਯੋਗਿਕ ਵਿਕਾਸ ਯਾਨੀ ਦੇਸ਼ ਦੇ ਵਿੱਚ ਉਦਯੋਗਾਂ ਦਾ ਲਗਾਉਣਾ, ਜ਼ਿਆਦਾ ਤੋਂ ਜ਼ਿਆਦਾ ਉਦਯੋਗ ਲਗਾਉਣੇ, ਉਹ ਕਹਿਲਾਂਦਾ ਹੈ ਉਦਯੋਗਿਕ ਵਿਕਾਸ। ਭਾਰਤ ਵਿੱਚ ਉਦਯੋਗਾਂ ਦਾ ਵਿਕਾਸ ਆਜ਼ਾਦੀ ਤੋਂ ਪਹਿਲੇ ਇੰਨਾ ਨਹੀਂ ਹੋਇਆ ਹੈ। ਉਸ ਤੋਂ ਪਹਿਲੇ ਤੁਸੀਂ ਜਾਣਦੇ ਹੋ ਸਾਡਾ ਦੇਸ਼ 1947 ਚੋਂ ਆਜ਼ਾਦ ਹੋਇਆ। ਅੰਗਰੇਜ਼ਾਂ ਦਾ ਰਾਜ ਸੀ। ਅੰਗਰੇਜ਼ਾਂ ਦੀ ਉਪਨਿਵੇਸ਼ਵਾਦ ਨੀਤੀ ਦੇ ਕਾਰਨ ਭਾਰਤ ਦੇ ਉਦਯੋਗਾਂ ਦਾ ਬਹੁਤ ਘੱਟ ਵਿਕਾਸ ਹੋਇਆ। ਪਰ ਆਜ਼ਾਦੀ ਤੋਂ ਬਾਅਦ ਸਰਕਾਰਾਂ ਨੇ ਬਹੁਤ ਕੋਸ਼ਿਸ਼ ਕੀਤੀ ਕਿ ਦੇਸ਼ ਦੇ ਵਿਕਾਸ ਵਾਸਤੇ ਅਸੀਂ ਜ਼ਿਆਦਾ ਤੋਂ ਜ਼ਿਆਦਾ ਉਦਯੋਗੀਕਰਨ ਕਰੀਏ ਔਰ ਇਸ ਵਾਸਤੇ ਬਹੁਤ ਸਾਰੇ ਕੰਮ ਵੀ ਕੀਤੇ ਗਏ। ਆਜ਼ਾਦੀ ਤੋਂ ਪਹਿਲਾਂ ਤਾਂ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਦੇਸ਼ ਦੇ ਜਿਹੜੇ ਉਦਯੋਗ ਸਨ ਉਹ ਇੰਨੇ ਜ਼ਿਆਦਾ ਵਿਕਸਿਤ ਨਹੀਂ ਸਨ। ਲੇਕਿਨ 1947 ਤੋਂ ਬਾਅਦ ਸਰਕਾਰ ਦੁਆਰਾ 5 ਸਾਲਾ ਯੋਜਨਾਵਾਂ ਦਾ ਜਿਹੜਾ ਸਿਸਟਮ ਬਣਾਇਆ ਗਿਆ, ਜਿਸ ਵਿੱਚ ਦੇਸ਼ ਦੇ ਉਦਯੋਗਿਕ ਵਿਕਾਸ ਨੂੰ ਬਹੁਤ ਖਾਸ ਮਹੱਤਵ ਦਿੱਤਾ ਗਿਆ। ਭਾਵੇਂ ਸਰਵਜਨਕ ਖੇਤਰ ਜਾਂ ਨਿੱਜੀ ਖੇਤਰ ਦੇ ਯਤਨਾਂ ਸਦਕਾ ਭਾਰਤ ਦੀ ਗਿਣਤੀ ਸੰਸਾਰ ਦੇ 10ਵੇਂ ਉਦਯੋਗਿਕ ਦੇਸ਼ ਦੇ ਰੂਪ 'ਚ ਅੱਜ ਹੈ, ਪਰ ਅੱਜ ਵੀ ਅਸੀਂ ਇਹ ਪੂਰੀ ਤਰ੍ਹਾਂ ਨਹੀਂ ਕਹਿ ਸਕਦੇ ਕਿ ਦੇਸ਼ ਦਾ ਵਿਕਾਸ ਜਿਹੜਾ ਹੈ ਉਹ ਸਹੀ ਹੋਇਆ ਹੈ। ਦੇਸ਼ ਦੇ ਵਿੱਚ ਉਦਯੋਗਿਕ ਵਿਕਾਸ ਸਹੀ ਹੈ। ਅੱਜ ਵੀ ਸਾਡੇ ਦੇਸ਼ ਦੇ ਉਦਯੋਗਿਕ ਵਿਕਾਸ ਸਹੀ ਜਾਂ ਪੂਰਾ ਨਹੀਂ ਹੈ। ਅੱਜ ਦੇਸ਼ ਦੇ ਵਿਕਾਸ ਦੀ ਦਰ ਬਹੁਤ ਘੱਟ ਹੈ। ਇਸਦਾ ਕਾਰਨ ਭਾਰਤ ਦੇ ਉਦਯੋਗਾਂ ਸੰਬੰਧੀ ਕਈ ਸਮੱਸਿਆਵਾਂ ਹਨ। ਭਾਰਤ ਦੇ ਸੁਤੰਤਰਤਾ ਦੇ 75 ਸਾਲਾਂ ਯਾਨੀ 1947 ਜਾਂ 1922 ਤੱਕ ਦੇਖਿਆ ਜਾਵੇ ਤੇ ਸਾਡੀ ਔਸਤ ਵਿਕਾਸ ਦਰ ਜਿਹੜੀ 6.5% ਰਹੀ। ਚੀਨ ਵਿੱਚ ਇਹ 13% ਰਹੀ। ਦੇਖੋ ਐਜ਼ ਕੰਪੇਅਰ ਟੂ ਚੀਨ ਨੂੰ ਅਸੀਂ ਜੇ ਕੰਪੈਰੀਜ਼ਨ ਕਰਦੇ ਹਾਂ, ਚੀਨ ਸਾਡੇ ਨਾਲੋਂ ਡਬਲ ਦਰ ਤੇ ਵਿਕਾਸ ਹੋਇਆ, ਜਦਕਿ ਸਾਡਾ ਵਿਕਾਸ 6.5% ਤੇ ਹੈ। ਭਾਰਤ ਵਿੱਚ ਉਦਯੋਗਿਕ ਵਿਕਾਸ ਦੀਆਂ ਬਹੁਤ ਸਾਰੀ ਸਮੱਸਿਆ ਹਨ, ਜਿਨ੍ਹਾਂ 'ਚ ਕੁਝ ਦਾ ਜ਼ਿਕਰ ਅਸੀਂ ਇੱਥੇ ਆਪ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ। ਪ੍ਰੋਬਲਮ ਆਫ ਕੈਪੀਟਲ, ਪੂੰਜੀ ਦੀ ਸਮੱਸਿਆ ਬਹੁਤ ਇੰਪੋਰਟੈਂਟ ਔਰ ਬਹੁਤ ਵੱਡੀ ਸਮੱਸਿਆ ਹੈ ਬੇਟਾ। ਪੂੰਜੀ ਦੀ ਸਮੱਸਿਆ, ਕਿਉਂ ਕਿਸੇ ਵੀ ਦੇਸ਼ ਦੇ ਵਿੱਚ ਉਦਯੋਗ ਲਗਾਉਣ ਲਈ ਸਭ ਤੋਂ ਜਿਹੜਾ ਬੇਸਿਕ ਚੀਜ਼ ਹੈ ਉਹ ਪੂੰਜੀ ਹੈ। ਪੂੰਜੀ ਬਹੁਤ ਹੀ ਮਹੱਤਵਪੂਰਨ ਯੋਗਦਾਨ ਦਿੰਦੀ ਹੈ ਕਿਸੇ ਦੇਸ਼ ਦੇ ਉਦਯੋਗਿਕ ਵਿਕਾਸ ਦੇ ਲਈ, ਔਰ ਜੋ ਕਿ ਪੂੰਜੀ ਜਿਹੜੀ ਹੈ ਉਹ ਦੇਸ਼ ਦੀ ਬਚਤ ਅਤੇ ਨਿਵੇਸ਼ ਤੇ ਨਿਰਭਰ ਕਰਦੀ ਹੈ ਔਰ ਬਚਤ ਦੀ ਦਰ ਆਮਦਨ ਤੇ ਨਿਰਭਰ ਕਰਦੀ ਹੈ। ਮੈਂ ਪਿੱਛੇ ਵੀ ਗੱਲ ਕੀਤੀ ਹੈ, ਪਿਛਲੇ ਐਪੀਸੋਡ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਜਿਹੜਾ ਉਦਯੋਗਿਕ ਵਿਕਾਸ ਉਹ ਬਚਤ, ਨਿਵੇਸ਼ ਔਰ ਆਮਦਨ ਤੇ ਨਿਰਭਰ ਕਰਦਾ ਹੈ। ਭਾਰਤ ਵਿੱਚ ਆਮਦਨ ਘੱਟ ਹੋਣ ਕਰਕੇ ਬਚਤ ਦੀ ਦਰ ਘੱਟ ਹੈ। ਬਚਤ ਦੀ ਦਰ ਘੱਟ ਹੋਣ ਕਰਕੇ ਨਵੇਂ ਉਦਯੋਗਾਂ ਤੇ ਪੁਰਾਣੇ ਉਦਯੋਗਾਂ ਨੂੰ ਵਿਕਾਸ ਦੇ ਲਈ ਪੂੰਜੀ ਜਿਹੜੀ ਹੈ ਉਹ ਜਿਹੜੀ ਹੈ ਆਸਾਨੀ ਨਾਲ ਉਪਲਬਧ ਨਹੀਂ ਹੈ। ਉਹ ਪੂੰਜੀ ਪ੍ਰਾਪਤ ਕਰਨਾ ਬਹੁਤ ਗੰਭੀਰ ਸਮੱਸਿਆ ਹੈ। ਵਿਦੇਸ਼ੀ ਨਿਵੇਸ਼ ਦੇ ਪੂੰਜੀ ਦੀ ਵੀ ਘਾਟ ਹੈ, ਜਿਸ ਕਰਕੇ ਸਾਡੇ ਦੇਸ਼ ਦੇ ਵਿੱਚ ਉਦਯੋਗਿਕ ਵਿਕਾਸ ਦੀ ਪੂੰਜੀ ਜਿਹੜੀ ਹੈ ਉਹ ਅਜੇ ਵੀ ਪੂਰੀ ਲੋੜੀਂਦੀ ਮਾਤਰਾ ਦੇ ਵਿੱਚ ਨਹੀਂ ਹੈ ਔਰ ਪੂੰਜੀ ਦੀ ਸਮੱਸਿਆ ਉਦਯੋਗਿਕ ਵਿਕਾਸ ਲਈ ਹੈ। ਉਸ ਤੋਂ ਕੀ ਗੱਲ ਕਰੀਏ ਬੇਟਾ, ਤਾਂ ਦੂਸਰੀ ਬਹੁਤ ਵੱਡੀ ਸਮੱਸਿਆ ਹੈ ਆਰਥਿਕ ਬੁਨਿਆਦੀ ਢਾਂਚੇ ਦੀ। ਦੇਖੋ, ਕਿਸੇ ਦੇਸ਼ ਦੇ ਵਿਕਾਸ ਦੇ ਲਈ ਉਦਯੋਗ ਲਗਾਉਣ ਲਈ ਸਭ ਤੋਂ ਜ਼ਰੂਰੀ ਹਨ ਆਰਥਿਕ ਬੁਨਿਆਦੀ ਢਾਂਚਾ। ਕਿਸੇ ਦੇਸ਼ ਦੇ ਉਦਯੋਗਿਕ ਵਿਕਾਸ ਵਿਕਸਿਤ ਆਰਥਿਕ ਢਾਂਚਾ, ਆਧਾਰਭੂਤ ਢਾਂਚਾ ਜਿਵੇਂ ਆਵਾਜਾਈ, ਸੰਚਾਰ ਦਾ ਸਾਧਨਾਂ ਅਤੇ ਹੋਰ ਕਈ ਸਾਧਨਾਂ ਜਿਵੇਂ ਜਲ, ਸੜਕਾਂ, ਮੋਟਰ ਆਵਾਜਾਈ, ਰੇਲਵੇ, ਹਵਾਈ ਜਹਾਜ਼, ਇਹਨਾਂ ਦਾ ਬਹੁਤ ਨਿਰਭਰ ਕਰਦਾ ਹੈ। ਸਾਡੇ ਦੇਸ਼ ਵਿੱਚ ਇਹਨਾਂ ਸਾਧਨਾਂ ਦਾ ਵਿਕਾਸ ਤਾਂ ਹੋਇਆ ਹੈ, ਪਰ ਅਜੇ ਵੀ ਉਹ ਪੂਰੀ ਮਾਤਰਾ 'ਚ ਨਹੀਂ ਹੋਇਆ ਹੈ, ਲੋੜ ਨਾਲੋਂ ਕਾਫੀ ਘੱਟ ਹੈ, ਜਿਸ ਕਾਰਨ ਉਤਪਾਦਨ ਦੀ ਲਾਗਤਾਂ ਵੱਧ ਜਾਂਦੀਆਂ ਹਨ। ਦੇਖੋ, ਕੱਚੇ ਮਾਲ ਨੂੰ ਲਿਆਉਣਾ ਅਤੇ ਸਹੀ ਤਿਆਰ ਕੀਤੇ ਮਾਲ ਨੂੰ ਮਾਰਕੀਟ 'ਚ ਵੇਚਣਾ, ਇਹ ਦੋਨੋਂ ਚੀਜ਼ਾਂ ਕਿਸੇ ਉਦਯੋਗਾਂ ਲਈ ਬਹੁਤ ਜ਼ਰੂਰੀ ਨੇ। ਜੇ ਸਾਡੇ ਕੋਲ ਦੇਸ਼ ਦੀ ਬੁਨਿਆਦੀ ਢਾਂਚੇ ਦੀ ਕਮੀ ਹੋਏਗੀ ਤਾਂ ਕੱਚਾ ਮਾਲ ਵੀ ਸਹੀ ਤਰੀਕੇ ਦੇ ਨਾਲ ਫੈਕਟਰੀਆਂ ਤੱਕ ਨਹੀਂ ਪਹੁੰਚ ਸਕੇਗਾ ਅਤੇ ਬਣਿਆ ਹੋਇਆ ਸਹੀ ਮਾਲ ਜਿਹੜਾ ਹੈ ਉਹ ਮਾਰਕੀਟ ਤੱਕ ਨਹੀਂ ਪਹੁੰਚਾਇਆ ਜਾ ਸਕੇਗਾ।
ਆਜ਼ਾਦੀ ਤੋਂ ਬਾਅਦ ਵਿਕਾਸ ਤਾਂ ਹੋਇਆ ਹੈ ਇਹਨਾਂ ਸਾਧਨਾਂ ਦੇ ਵਿੱਚ, ਪਰ ਬਹੁਤ ਘੱਟ ਵਿਕਾਸ ਹੈ, ਜਿੰਨਾ ਕਰਕੇ ਉਤਪਾਦਨ ਦੀ ਲਾਗਤਾਂ ਵੱਧ ਜਾਂਦੀਆਂ ਹਨ ਅਤੇ ਘੱਟ ਵਿਕਾਸ ਜਿਹੜਾ ਹੈ ਉਹ ਹੁੰਦਾ ਹੈ, ਜਿਸ ਦੀ ਲਾਭ ਦੀ ਮਾਤਰਾ ਵੀ ਘਟ ਜਾਂਦੀ ਹੈ ਔਰ ਨਿੱਜੀ ਖੇਤਰ ਉਦਯੋਗਾਂ ਦਾ ਵਿਕਾਸ ਦੀ ਰੁਚੀ ਨਹੀਂ ਰੱਖਦਾ। ਨਿੱਜੀ ਖੇਤਰ ਜਿਹੜਾ ਹੈ ਇਹ, ਕਿਉਂਕਿ ਜਦੋਂ ਆਵਾਜਾਈ ਦੇ ਸਾਧਨ ਜਾਂ ਆਰਥਿਕ ਬੁਨਿਆਦੀ ਢਾਂਚੇ ਦੀ ਕਮੀ ਹੋਵੇ ਤੇ ਨਿੱਜੀ ਖੇਤਰ ਵੀ ਉਸ ਖੇਤਰ ਦੇ ਵਿੱਚ ਪੈਸਾ ਲਗਾਉਣ ਨੂੰ ਤਿਆਰ ਨਹੀਂ ਹੁੰਦਾ। ਅਗਲੀ ਗੱਲ ਕਰੀਏ ਪਾਵਰ ਰਿਸੋਰਸ ਦੀ ਸਮੱਸਿਆ। ਬਹੁਤ ਇੰਪੋਰਟੈਂਟ ਸਮੱਸਿਆ ਬੇਟਾ। ਕਿਸੇ ਵੀ ਦੇਸ਼ ਦੇ ਵਿੱਚ ਉਦਯੋਗ ਲਗਾਉਣ ਲਈ ਸਭ ਤੋਂ ਜ਼ਰੂਰੀ ਬੁਨਿਆਦੀ ਢਾਂਚੇ ਦੇ ਨਾਲ ਪਾਵਰ ਸਰੋਤਾਂ ਦੀ ਸਮੱਸਿਆ ਹੁੰਦੀ। ਪਾਵਰ ਸਰੋਤ ਯਾਨੀ ਬਿਜਲੀ, ਕੋਲਾ, ਗੈਸ, ਤੇਲ ਆਦਿ ਦੀ ਸਹੂਲਤਾਂ ਬਹੁਤ ਜ਼ਰੂਰੀ ਹਨ। ਭਾਰਤ ਵਰਗੇ ਦੇਸ਼ 'ਚ ਇਹ ਚੀਜ਼ਾਂ ਦੀ ਅੱਜ ਵੀ ਆਜ਼ਾਦੀ ਤੇ 75 ਸਾਲ ਬੀਤਣ ਤੋਂ ਬਾਅਦ ਵੀ ਅੱਜ ਵੀ ਕਮੀ ਹੈ। ਅੱਜ ਵੀ ਉਦਯੋਗਾਂ ਲਈ ਪੂਰੀ ਮਾਤਰਾ 'ਚ ਬਿਜਲੀ ਅਵੇਲੇਬਲ ਨਹੀਂ ਹੈ। ਅੱਜ ਵੀ ਪੂਰੀ ਮਾਤਰਾ 'ਚ ਕੋਲਾ ਅਵੇਲੇਬਲ ਨਹੀਂ ਹੈ। ਕਈ ਵਾਰੀ ਸਾਨੂੰ ਕੋਲਾ ਇੰਪੋਰਟ ਕਰਨਾ ਪੈਂਦਾ ਹੈ। ਕਰੂਡ ਆਇਲ ਸਾਡੇ ਦੇਸ਼ 'ਚ ਇੰਨਾ ਨਹੀਂ ਉਤਪਾਦਿਤ ਹੁੰਦਾ, ਉਹ ਸਾਨੂੰ ਬਾਹਰੋਂ ਲਿਆਉਣਾ ਪੈਂਦਾ ਹੈ। ਤੇਲ ਦੀ, ਗੈਸ ਦੀ ਪੂਰਤੀ ਸਾਨੂੰ ਬਾਹਰੋਂ ਕਰਨੀ ਪੈਂਦੀ ਹੈ, ਜਿਸ ਕਰਕੇ ਉਦਯੋਗਿਕ ਵਿਕਾਸ ਜਿਹੜਾ ਹੈ ਉਹ ਰੁਕਦਾ ਹੈ, ਉਹ ਸੰਭਵ ਨਹੀਂ ਹੋ ਪਾਉਂਦਾ। ਸਾਡੇ ਭਾਰਤ ਦੇ ਵਿੱਚ ਇਹ ਸਾਰੇ ਸਾਧਨ ਆਪਣੇ ਰੂਪ 'ਚ ਬਹੁਤ ਘੱਟ ਹਨ, ਜਿਸ ਕਰਕੇ ਵਿਕਾਸਸ਼ੀਲ ਜਾਂ ਵਿਕਸਿਤ ਦੇਸ਼ਾਂ ਦੇ ਨਾਲ ਅਸੀਂ ਮੁਕਾਬਲਾ ਨਹੀਂ ਕਰ ਸਕਦੇ ਉਹਨਾਂ ਨਾਲੋਂ, ਕਿਉਂਕਿ ਉਹਨਾਂ ਤੋਂ ਮੰਗਾਉਣਾ ਪੈਂਦਾ ਹੈ, ਇਸ ਕਰਕੇ ਇੱਥੇ ਮਹਿੰਗੇ ਪੈਂਦੇ ਹਨ। ਉਦਯੋਗਿਕ ਵਿਕਾਸ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਹਨ। ਹੁਣ ਇਸ ਤੋਂ ਅੱਗੇ ਗੱਲ ਕਰੀਏ ਬੇਟਾ ਤਾਂ ਸਾਡੇ ਕੋਲ ਹੈ ਪ੍ਰੋਬਲਮ ਆਫ ਪਲਾਂਟਸ ਐਂਡ ਮਸ਼ੀਨਰੀ। ਦੇਖੋ, ਉਦਯੋਗ ਲਗਾਉਣ ਲਈ ਸਭ ਤੋਂ ਇੰਪੋਰਟੈਂਟ ਚੀਜ਼ ਉਦਯੋਗ ਉਦਮੀ ਦੇ ਨਾਲ ਫੈਕਟਰੀ ਅਤੇ ਮਸ਼ੀਨਾਂ ਦੀ ਵੀ ਹੈ, ਕਿਉਂਕਿ ਅੱਜ ਦਾ ਸਮਾਂ ਕੰਪੀਟੀਸ਼ਨ ਦਾ ਯੁੱਗ ਹੈ, ਜਿਹਦੇ ਵਿੱਚ ਉਦਯੋਗਾਂ ਦੇ ਵਿਕਾਸ ਦੇ ਲਈ ਨਵੀਨਤਮ ਤੇ ਆਧੁਨਿਕ ਮਸ਼ੀਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਪਰ ਇਹ ਅਫਸੋਸ ਦੀ ਗੱਲ ਹੈ ਬੇਟਾ ਕਿ ਸਾਡੇ ਭਾਰਤ ਵਿੱਚ ਇਸ ਦੀ ਬਹੁਤ ਕਮੀ ਹੈ। ਸਾਡੇ ਭਾਰਤ ਦੀ ਨਵੀਂ ਇਨੋਵੇਸ਼ਨ ਦੇ ਨਾਲ ਨਵੀਨਤਮ ਅਤੇ ਆਧੁਨਿਕ ਮਸ਼ੀਨਾਂ ਜਿਹੜੀਆਂ ਉਹ ਇੰਨੀਆਂ ਜ਼ਿਆਦਾ ਪੈਦਾ ਨਹੀਂ ਹੋ ਰਹੀਆਂ, ਇੰਨੀ ਜ਼ਿਆਦਾ ਨਹੀਂ ਬਣਾਈ ਜਾ ਰਹੀਆਂ। ਜ਼ਿਆਦਾਤਰ ਮਸ਼ੀਨਾਂ ਜਿਹੜੀਆਂ ਉਹ ਪੁਰਾਣੀਆਂ ਹੋ ਚੁੱਕੀਆਂ ਹਨ ਔਰ ਪੁਰਾਣੀਆਂ ਹੋਣ ਕਰਕੇ ਉਹਨਾਂ ਦੀ ਪ੍ਰੋਡਕਸ਼ਨ ਕੈਪੈਸਿਟੀ ਵੀ ਘੱਟ ਹੈ, ਉਹਨਾਂ ਤੋਂ ਉਤਪਾਦਨ ਘੱਟ ਹੁੰਦਾ ਹੈ। ਉਤਪਾਦਨ ਘੱਟ ਹੋਣ ਕਰਕੇ ਉਤਪਾਦਨ ਲਾਗਤ ਵੱਧਦੀ ਹੈ। ਉਤਪਾਦਨ ਲਾਗਤ ਵਧਣ ਦੇ ਨਾਲ ਉਹਦਾ ਰੇਟ ਵੱਧਦਾ ਹੈ, ਜਿਸ ਕਰਕੇ ਅਸੀਂ ਦੇਸ਼ ਦੇ ਵਿਦੇਸ਼ੀ ਜਿਹੜਾ ਵਪਾਰ ਹੈ ਉਹਦੇ ਵਿੱਚ ਕੰਪੀਟ ਨਹੀਂ ਕਰ ਪਾਉਂਦੇ। ਵਿਦੇਸ਼ਾਂ ਨੂੰ ਅਸੀਂ ਮਾਲ ਨਹੀਂ ਵੇਚ ਪਾਉਂਦੇ ਔਰ ਆਧੁਨਿਕ ਮਸ਼ੀਨਾਂ ਲਈ ਭਾਰਤੀ ਉਦਯੋਗ ਵਿਦੇਸ਼ਾਂ ਤੇ ਨਿਰਭਰ ਹੈ। ਅੱਜ ਵੀ ਸਾਨੂੰ ਵੱਡੀ ਵੱਡੀ ਮਸ਼ੀਨਾਂ ਲਈ ਕਈ ਵਾਰੀ ਬਾਹਰ ਦੇ ਦੇਸ਼ਾਂ ਤੇ ਨਿਰਭਰ ਹੋਣਾ ਪੈਂਦਾ ਹੈ ਔਰ ਕੰਪਿਊਟਰੀਕਰਨ ਦੇ ਯੁੱਗ ਦੇ ਵਿੱਚ ਪੁਰਾਣੀ ਮਸ਼ੀਨਾਂ ਕਾਰਜਕੁਸ਼ਲਤਾ ਬਹੁਤ ਘੱਟ ਹੈ। ਨਵੀਂ ਮਸ਼ੀਨਾਂ ਜਿੱਥੇ 1 ਘੰਟੇ ਤੇ ਕਈ ਵਾਰੀ 10,000 ਪੀਸ ਬਣਾ ਦਿੰਦੀ ਹੈ ਔਰ ਪੁਰਾਣੀ ਮਸ਼ੀਨ ਸਿਰਫ 1,000 ਪੀਸ ਬਣਾਉਂਦੀ ਹੈ। ਉਹਦੀ ਲਾਗਤ ਜਿਹੜੀ ਹੈ ਉਹ ਐਜ਼ ਕੰਪੇਅਰ ਟੂ ਪੁਰਾਣੀ ਮਸ਼ੀਨ ਜਿਹੜੀ ਹੈ ਬਹੁਤ ਘੱਟ ਹੁੰਦੀ ਹੈ, ਇਸ ਕਰਕੇ ਉਹਨਾਂ ਦਾ ਰੇਟ ਬਹੁਤ ਘੱਟ ਹੁੰਦਾ ਹੈ ਔਰ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ। ਪੁਰਾਣੀ ਮਸ਼ੀਨ, ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ ਭਾਰਤੀ ਉਦਯੋਗ ਦੀ ਕਿ ਸਾਡੀ ਪੁਰਾਣੀ ਮਸ਼ੀਨਾਂ ਜਿਹੜੀਆਂ ਹਨ ਉਹ ਬਹੁਤ ਪੁਰਾਣੀਆਂ ਹੋ ਗਈਆਂ ਹਨ, ਯਾਨੀ ਬਹੁਤ ਪੁਰਾਣੇ ਸਮੇਂ ਤੋਂ ਲੱਗੀਆਂ ਹੋਈਆਂ ਫੈਕਟਰੀਆਂ ਹਨ, ਜਿਵੇਂ ਕੱਪੜਾ, ਖੰਡ, ਸੀਮੈਂਟ, ਲੋਹਾ ਉਦਯੋਗ ਦੀ ਮਸ਼ੀਨਾਂ ਕਾਫੀ ਪੁਰਾਣੀਆਂ ਹੋ ਗਈਆਂ ਹਨ, ਜਿਸ ਨਾਲ ਉਤਪਾਦਨ ਦੀ ਲਾਗਤ ਵੱਧ ਜਾਂਦੀ ਹੈ। ਪੁਰਾਣੀ ਮਸ਼ੀਨਾਂ 'ਚ ਜਿਵੇਂ ਮੈਂ ਪਹਿਲੇ ਦੇਖਿਆ ਉਹਨਾਂ ਦਾ ਉਤਪਾਦਨ ਬਹੁਤ ਘੱਟ ਹੁੰਦਾ ਹੈ ਨਵੀਆਂ ਮਸ਼ੀਨਾਂ ਦੇ ਮੁਕਾਬਲੇ। ਨਵੀਆਂ ਮਸ਼ੀਨਾਂ ਕੰਪਿਊਟਰੀਕ੍ਰਿਤ ਹਨ, ਐਡਵਾਂਸ ਹਨ, ਉਹਨਾਂ ਦਾ ਪ੍ਰੋਡਕਸ਼ਨ ਜਿਹੜੀ ਹੈ ਬਹੁਤ ਜ਼ਿਆਦਾ ਹੁੰਦੀ ਹੈ, ਉਹਨਾਂ ਦੀ ਲਾਗਤ ਘੱਟ ਆਉਂਦੀ ਹੈ, ਉਹਨਾਂ ਦਾ ਮੁੱਲ ਜਿਹੜਾ ਚੀਜ਼ ਦਾ ਘੱਟ ਬੈਠਦਾ ਹੈ, ਜਿਸ ਕਰਕੇ ਉਹ ਸਸਤੀਆਂ ਵਿਕਦੀਆਂ ਹਨ ਔਰ ਜਿਹੜੀ ਪੁਰਾਣੀ ਮਸ਼ੀਨਾਂ ਤੇ ਬਣੀਆਂ ਹੋਈਆਂ ਚੀਜ਼ਾਂ ਜਿਹੜੀਆਂ ਨੇ ਉਹ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ, ਨਾ ਕੁਆਲਿਟੀ ਵਾਈਜ਼ ਨਾ ਕੁਆਂਟੀਟੀ ਵਾਈਜ਼, ਜਿਸ ਦੇ ਸਿੱਟੇ ਵਜੋਂ ਵਿਦੇਸ਼ੀ ਵਪਾਰ ਤੇ ਵੀ ਮਾੜਾ ਅਸਰ ਪੈਂਦਾ ਹੈ ਕਿ ਅਸੀਂ ਵਿਦੇਸ਼ੀ ਵਪਾਰ ਤੇ ਕਿਤੇ ਖੜੇ ਨਹੀਂ ਹੋ ਪਾਉਂਦੇ। ਜੋ ਨਵੀਂ ਮਸ਼ੀਨਾਂ ਦਾ ਬਣਿਆ ਮਾਲ ਜਾ ਕੇ ਮਾਰਕੀਟ 'ਚ ਵਿਕਦਾ ਹੈ ਜਾਂ ਪੁਰਾਣੀ ਮਸ਼ੀਨਾਂ ਦਾ ਮਾਲ ਵਿਕਦਾ ਹੈ, ਉਹ ਦੋਨਾਂ 'ਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ। ਪੁਰਾਣੀ ਮਸ਼ੀਨਰੀ ਜਿਹੜੀ ਹੈ ਉਹ ਉਸ ਹਿਸਾਬ ਨਾਲ ਪ੍ਰੋਡਕਸ਼ਨ ਨਹੀਂ ਕਰ ਸਕਦੀ, ਉਸ ਤਰੀਕੇ ਦੀ ਉਸ ਲੈਵਲ ਤੇ ਪ੍ਰੋਡਕਸ਼ਨ ਨਹੀਂ ਕਰ ਸਕਦੀ, ਉਸ ਨਵੀਂ ਮਸ਼ੀਨਰੀ ਦਾ ਮੁਕਾਬਲਾ ਨਹੀਂ ਕਰ ਸਕਦੀ ਜਿਸ ਤਰੀਕੇ ਨਾਲ ਨਵੀਂ ਮਸ਼ੀਨਰੀ ਪ੍ਰੋਡਕਸ਼ਨ ਕਰਦੀ ਹੈ। ਅੱਗੇ ਚਲੀਏ ਬੇਟਾ ਤੇ ਪ੍ਰੋਬਲਮ ਆਫ ਰਾ ਮਟੀਰੀਅਲ, ਇਹ ਬਹੁਤ ਵੱਡੀ ਪ੍ਰੋਬਲਮ ਹੈ। ਭਾਰਤ ਵਿੱਚ ਕਈ ਉਦਯੋਗਾਂ ਨੂੰ ਉਚਿਤ ਕੀਮਤ ਤੇ ਚੰਗੀ ਗੁਣਵੱਤਾ ਦਾ ਕੱਚਾ ਮਾਲ ਪ੍ਰਾਪਤ ਨਹੀਂ ਹੁੰਦਾ। ਕੱਚੇ ਮਾਲ ਤੋਂ ਬਗੈਰ ਕੋਈ ਵੀ ਉਦਯੋਗ ਅੱਗੇ ਪ੍ਰਫੁੱਲਿਤ ਨਹੀਂ ਹੋ ਪਾਤਾ। ਕੱਚਾ ਮਾਲ ਕਿਸੇ ਉਦਯੋਗ ਦੇ ਵਿੱਚ ਕਿਸੇ ਵਸਤੂ ਨੂੰ ਬਣਾਉਣ ਲਈ ਬਹੁਤ ਜ਼ਰੂਰੀ
ਆਈਟਮ ਹੈ ਜਿਹਦੇ ਨਾਲ ਉਹ ਮਾਲ ਤਿਆਰ ਕੀਤਾ ਜਾਂਦਾ ਹੈ। ਭਾਰਤ ਵਿੱਚ ਕੱਚੇ ਮਾਲ ਦੀ ਕਮੀ ਹੈ, ਜਿਸ ਕਰਕੇ ਕਈ ਵਾਰੀ ਇਹ ਕੱਚਾ ਮਾਲ ਆਯਾਤ ਕਰਨਾ ਪੈਂਦਾ ਹੈ। ਆਯਾਤ ਕਰਨਾ ਨਾਲ ਸਾਡੀ ਇਸ ਦੀ ਲਾਗਤ ਵੀ ਵੱਧ ਜਾਂਦੀ ਹੈ। ਇਸ ਦੇ ਨਾਲ ਵਿਦੇਸ਼ੀ ਮੁੰਦਰਾ ਦੀ ਵੀ ਲੋੜ ਪੈਂਦੀ ਹੈ, ਜਿਸ ਕਰਕੇ ਸਾਡੇ ਉਦਯੋਗ ਜਿਹੜੇ ਨੇ ਵਿਸ਼ਵ ਦੇ ਬਾਕੀ ਉਦਯੋਗਾਂ ਦਾ ਮੁਕਾਬਲਾ ਨਹੀਂ ਕਰ ਪਾਉਂਦੇ। ਇਸ ਦੇ ਸਿੱਟੇ ਵਜੋਂ ਵਿਦੇਸ਼ੀ ਵਪਾਰ ਤੇ ਮਾੜਾ ਅਸਰ ਪੈਂਦਾ ਹੈ। ਦੇਖੋ ਬੜੀ ਕਲੀਅਰ ਕੱਟ ਹੈ, ਜੇ ਸਾਡੇ ਕੋਲ ਕੱਚਾ ਮਾਲ ਮਹਿੰਗਾ ਆਏਗਾ ਤੇ ਨੋ ਡਾਊਟ ਅਸੀਂ ਤਿਆਰ ਮਾਲ ਵੀ ਤਾਂ ਮਹਿੰਗਾ ਹੀ ਵੇਚ ਸਾਂਗੇ, ਸਾਨੂੰ ਸਸਤਾ ਤਾਂ ਪਏਗਾ ਨਹੀਂ। ਜੇ ਕੱਚਾ ਮਾਲ ਸਾਨੂੰ ਸਸਤਾ ਈਜ਼ੀਲੀ ਅਵੇਲੇਬਲ ਹੋਏਗਾ ਤੇ ਜਿਹੜਾ ਤਿਆਰ ਮਾਲ ਹੈ ਉਹ ਅਸੀਂ ਸਸਤੇ ਰੇਟਾਂ ਦੇ ਵਿੱਚ ਤਿਆਰ ਕਰਕੇ ਮਾਰਕੀਟ 'ਚ ਭੇਜ ਸਕਦੇ ਹਾਂ, ਵਿਦੇਸ਼ੀ ਜਾਂ ਦੇਸੀ ਮਾਰਕੀਟ ਦੇ ਵਿੱਚ ਵੇਚ ਸਕਦੇ ਹਾਂ। ਕੱਚੇ ਮਾਲ ਦੀ ਸਮੱਸਿਆ ਵੀ ਭਾਰਤ ਦੀ ਉਦਯੋਗਿਕ ਜਗਤ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੈ। ਇਸ ਤੋਂ ਅੱਗੇ ਗੱਲ ਕਰੀਏ ਬੇਟਾ ਤਾਂ ਨਵੀਨਤਾ ਅਤੇ ਖੋਜ ਦੀ ਘਾਟ, ਇਨੋਵੇਸ਼ਨ। ਸਾਡੇ ਦੇਸ਼ ਦੇ ਵਿੱਚ ਇਨੋਵੇਸ਼ਨ ਦੇ ਉੱਤੇ ਅਤੇ ਰਿਸਰਚ ਦੇ ਉੱਤੇ ਬਹੁਤ ਸਾਰਾ ਕੰਮ ਨਹੀਂ ਕੀਤਾ ਗਿਆ। ਸਮੇਂ ਦੇ ਨਾਲ ਹਰ ਖੇਤਰ ਦੇ ਵਿੱਚ ਨਵ ਪਰਿਵਰਤਨਾਂ ਅਤੇ ਨਵੀਂ ਖੋਜਾਂ ਦੀ ਲੋੜ ਹੁੰਦੀ ਹੈ, ਪਰ ਭਾਰਤ ਦੇ ਉਦਯੋਗਿਕ ਖੇਤਰ ਦੇ ਵਿੱਚ ਨਵ ਪਰਿਵਰਤਨਾਂ ਅਤੇ ਨਵੀਂ ਖੋਜਾਂ ਦੀ ਹਮੇਸ਼ਾ ਹੀ ਘਾਟ ਪਾਈ ਗਈ ਹੈ, ਜਿਸ ਕਰਕੇ ਭਾਰਤੀ ਵਸਤੂਆਂ ਦਾ ਉਤਪਾਦਨ ਉਦਯੋਗ ਜਿਹੜਾ ਹੈ ਉਹ ਨਵੀਆਂ ਵਸਤੂਆਂ ਦਾ ਉਤਪਾਦਨ ਨਹੀਂ ਕਰ ਸਕਦੇ। ਭਾਰਤੀ ਉਦਯੋਗ ਜਿਹੜੇ ਨੇ ਉਹ ਸਮੇਂ ਦੇ ਨਾਲ ਜੋ ਲੇਟੈਸਟ ਤਬਦੀਲੀਆਂ ਹੋ ਰਹੀਆਂ ਨੇ, ਨਵੇਂ ਇਨੋਵੇਸ਼ਨਸ ਹੋ ਰਹੀਆਂ ਨੇ, ਰਿਸਰਚ ਹੋ ਰਹੇ ਨੇ, ਉਹਨਾਂ ਨੂੰ ਇੰਨੀ ਛੇਤੀ ਅਪਣਾਉਣ ਦੇ ਵਿੱਚ ਕਾਬਲ ਨਹੀਂ ਹਨ, ਜਿਸ ਕਾਰਨ ਵਿਸ਼ਵ ਦੇ ਬਾਕੀ ਉਦਯੋਗਾਂ ਦਾ ਮੁਕਾਬਲਾ ਨਹੀਂ ਕਰ ਪਾ ਰਹੇ। ਇੱਕ ਰਿਪੋਰਟ ਅਨੁਸਾਰ ਭਾਰਤ ਵਿੱਚ ਕੁੱਲ ਰਾਸ਼ਟਰੀ ਉਤਪਾਦਨ ਦਾ 0.8% ਭਾਗ ਖੋਜ ਅਤੇ ਵਿਕਾਸ ਤੇ ਖਰਚ ਕਰਦੇ ਹਨ, ਪਰ ਵਿਕਸਿਤ ਦੇਸ਼ ਕੁੱਲ ਰਾਸ਼ਟਰੀ ਉਤਪਾਦਨ 2.3% ਹਿੱਸਾ ਭਾਗ ਖੋਜ ਤੇ ਵਿਕਾਸ ਤੇ ਕਰਦੇ ਹਨ। ਯਾਨੀ ਉਹ ਸਾਡੇ ਨਾਲੋਂ 3 ਗੁਣਾ ਹਿੱਸਾ ਜਿਹੜਾ ਹੈ ਉਹ ਖੋਜ ਅਤੇ ਵਿਕਾਸ ਤੇ ਕਰਦੇ ਹਨ, ਪਰ ਸਾਡੇ ਦੇਸ਼ 'ਚ ਖੋਜ ਅਤੇ ਵਿਕਾਸ ਨੂੰ ਜ਼ਿਆਦਾ ਜਿਹੜਾ ਪ੍ਰੋਤਸਾਹਨ ਨਹੀਂ ਦਿੱਤਾ ਜਾਂਦਾ, ਜਿਸ ਕਰਕੇ ਸਾਡਾ ਜਿਹੜਾ ਭਾਰਤ ਦਾ ਉਦਯੋਗਿਕ ਖੇਤਰ ਹੈ ਉਹ ਪਿਛੜਿਆ ਹੋਇਆ ਹੈ। ਇਸ ਵਿੱਚ ਖੋਜ ਅਤੇ ਵਿਕਾਸ ਵਾਸਤੇ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਅਗਲੀ ਗੱਲ ਕਰੀਏ ਬੇਟਾ ਤਾਂ ਸਾਡੇ ਕੋਲ ਆਉਂਦਾ ਹੈ ਉਦਯੋਗਿਕ ਬਿਮਾਰੀ। ਉਦਯੋਗਿਕ ਬਿਮਾਰੀ ਕੀ ਅਰਥਾਤ ਕਿ ਉਦਯੋਗਾਂ ਨੂੰ ਕੋਈ ਬਿਮਾਰੀ ਹੋ ਜਾਂਦੀ? ਨਹੀਂ, ਉਦਯੋਗਿਕ ਬਿਮਾਰੀ ਦਾ ਮਤਲਬ ਹੈ ਬਿਮਾਰ ਇਕਾਈਆਂ ਦੀ ਸਮੱਸਿਆ, ਯਾਨੀ ਉਹ ਇਕਾਈਆਂ ਜਿਹੜਾ ਆਪਣਾ ਖਰਚਾ ਲਾਗਤ ਵੀ ਨਹੀਂ ਕੱਢ ਪਾਉਂਦੀਆਂ, ਉਹਨਾਂ ਤੇ ਕਰਜ਼ੇ ਦਾ ਬੋਝ ਹੁੰਦਾ ਹੈ, ਉਹਨਾਂ 'ਚ ਹੋਰ ਬਹੁਤ ਸਾਰੀ ਸਮੱਸਿਆ ਹਨ, ਉਹ ਆਪਣੇ ਵਿਆਜ ਵੀ ਵਾਪਸ ਨਹੀਂ ਕਰ ਸਕਦੀਆਂ, ਆਪਣੇ ਕਰਮਚਾਰੀ ਨੂੰ ਸਹੀ ਟਾਈਮ ਤੇ ਤਨਖਾਹਾਂ ਨਹੀਂ ਦੇ ਸਕਦੀਆਂ, ਉਹਨਾਂ ਨੂੰ ਅਸੀਂ ਬਿਮਾਰ ਇਕਾਈਆਂ ਦਾ ਨਾਮ ਦਿੰਦੇ ਹਾਂ। ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਕਿ ਭਾਰਤੀ ਉਦਯੋਗ ਪਿਛੜਾ ਹੈ, ਪੁਰਾਣੀ ਮਸ਼ੀਨਾਂ ਹਨ, ਪੁਰਾਣੀ ਤਕਨੀਕ ਹਨ, ਪੁਰਾਣੇ ਸਮੇਂ ਤੋਂ ਚੱਲ ਰਹੀਆਂ ਹਨ, ਉਹਨਾਂ 'ਚ ਇਹਨਾਂ ਨਵੀਂ ਤਕਨੀਕਾਂ ਦਾ ਪ੍ਰਯੋਗ ਨਹੀਂ ਕੀਤਾ ਗਿਆ, ਵਿਕਾਸ ਨਹੀਂ ਕੀਤਾ ਗਿਆ, ਜਿਸ ਕਾਰਨ ਉਹ ਇਕਾਈਆਂ ਬਿਮਾਰ ਹੋ ਗਈਆਂ। ਭਾਰਤ ਵਿੱਚ ਬਿਮਾਰ ਇਕਾਈਆਂ ਜੇ ਅਸੀਂ ਦੇਖੀਏ ਤੇ ਮਾਰਚ 2008 ਦੇ ਤੱਕ ਲਗਭਗ 99,641 ਇਕਾਈਆਂ ਸਨ, ਔਰ ਇਹਨਾਂ ਵਿੱਚ ਬੈਂਕ ਦਾ 735.366 ਕਰੋੜ ਯਾਨੀ 7,35,366 ਕਰੋੜ ਰੁਪਇਆ ਫਸਿਆ ਹੋਇਆ ਹੈ। NPA ਹੈ ਬੈਂਕਾਂ ਦਾ, ਨਾਨ ਪਰਫਾਰਮਿੰਗ ਐਸੈਟਸ ਹੈ, ਜਿਹੜਾ ਇਹਨਾਂ ਇਕਾਈਆਂ ਦੇ ਵਿੱਚ ਕਰਜ਼ੇ ਦੇ ਰੂਪ 'ਚ ਇਹਨਾਂ ਨੇ ਲਿਆ ਹੈ ਬੈਂਕਾਂ ਦਾ, ਔਰ ਉਹ ਫਸਿਆ ਹੋਇਆ ਹੈ। ਦੇਖੋ ਇੱਕ ਪਾਸੇ ਉਹ ਪੂੰਜੀ ਜਿਹੜੀ ਹੈ ਉਹ ਵੀ ਫਸੀ, ਉਹ ਦੁਬਾਰਾ ਯੂਜ਼ ਨਹੀਂ ਆ ਰਹੀ, ਨਾਨ ਪਰਫਾਰਮਿੰਗ ਹੈ, ਔਰ ਜਿਹੜੀ ਇੰਡਸਟਰੀ ਜਿਹੜੀਆਂ ਉਹ ਵਾਪਸ ਕਰਨ ਦੇ ਸਿਚੁਏਸ਼ਨ 'ਚ ਨਹੀਂ ਹਨ। 2016 ਦੇ ਵਿੱਚ ਬਿਮਾਰ ਸੂਖਮ ਅਤੇ ਲਘੂ ਉਦਮ ਵੱਧ ਕੇ 4,80,280 ਹੋ ਗਏ, ਔਰ ਇਹਨਾਂ ਦੀ ਬਕਾਇਆ ਬੈਂਕ ਸਾਖ ਦਾ 32,674 ਕਰੋੜ ਰੁਪਏ ਹੈ, ਜੋ ਕਿ ਇਹਨਾਂ ਦੀ ਬੈਂਕਾਂ ਦੀ ਦੇਣਦਾਰੀ ਹੈ। ਯਾਨੀ ਇੰਡਸਟਰੀਅਲ ਸਿਕਨੈਸ ਦੇਖੀਏ ਤਾਂ ਇੱਕ ਬਹੁਤ ਵੱਡੀ ਉਦਯੋਗਿਕ ਪ੍ਰੋਬਲਮ ਹੈ ਸਾਡੇ ਦੇਸ਼ ਦੇ ਵਿੱਚ। ਅਗਲੀ ਗੱਲ ਕਰੀਏ ਰੀਜਨਲ ਇਕੁਐਲਿਟੀ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਬੇਟਾ। ਸਾਡਾ ਭਾਰਤ ਬਹੁਤ ਵੱਡਾ ਦੇਸ਼ ਹੈ, ਕਸ਼ਮੀਰ ਟੂ ਕੰਨਿਆ ਕੁਮਾਰੀ, ਕਲਕੱਤਾ ਟੂ ਗੁਜਰਾਤ ਜਗ੍ਹਾ ਤੱਕ ਫੈਲਿਆ ਹੈ, ਔਰ ਇਹਨਾਂ ਅਲੱਗ-ਅਲੱਗ ਏਰੀਆ 'ਚ ਬਹੁਤ ਸਾਰੀਆਂ ਖੇਤਰੀ ਅਸਮਾਨਤਾਵਾਂ ਹਨ, ਔਰ ਉਦਯੋਗਿਕ ਵਿਕਾਸ ਦੀ ਮੁੱਖ ਸਮੱਸਿਆ ਇਹ ਖੇਤਰੀ ਅਸਮਾਨਤਾ ਵੀ ਹੈ। ਦੇਸ਼ ਦੇ ਵੱਖ-ਵੱਖ ਮੌਕਿਆਂ ਤੇ ਉਦਯੋਗਿਕ ਵਿਕਾਸ 'ਚ ਬਹੁਤ ਅਨੁਸੂਲਨ ਪੈਦਾ ਹੋ ਗਿਆ ਹੈ।
किसी जगह ਤੇ ਬਹੁਤ ਜ਼ਿਆਦਾ ਉਦਯੋਗਿਕ ਵਿਕਾਸ ਹੋਇਆ ਹੈ, ਕਿਸੇ ਜਗ੍ਹਾ ਤੇ ਬਹੁਤ ਘੱਟ ਉਦਯੋਗਿਕ ਵਿਕਾਸ ਹੋਇਆ। ਕਈ ਰਾਜਾਂ ਦੇ ਵਿੱਚ ਬਹੁਤ ਜ਼ਿਆਦਾ ਉਦਯੋਗ ਲੱਗੇ ਨੇ, ਕਈ ਰਾਜਾਂ ਤੇ ਉਦਯੋਗ ਜਿਹੜੇ ਨੇ ਬਿਲਕੁਲ ਨਹੀਂ ਲੱਗੇ। ਫॉर एग्जांपल ਜੇ ਗੱਲ ਕਰੀਏ ਤਾਂ ਦੇਸ਼ ਦੇ ਕਈ ਰਾਜ ਮਹਾਰਾਸ਼ਟਰਾ, ਗੁਜਰਾਤ, ਕਰਨਾਟਕਾ, ਬੰਗਾਲ आदि औद्योगिक पक्ष तो बहुत विकसित हैं। और देश के कई राज अजिहे हैं जिवें बिहार, यूपी या पंजाब या उड़ीसा या कई ऐसे राज ने जिन्हां दे विच उद्योगिक विकास नहीं संभव होया है। देश की कुल उत्पादक निवेश ਅਤੇ उत्पादन का लगभग 70% हिस्सा इन्हां जिहड़े राजां दे विच उद्योग लगे हैं उन्हां तो प्राप्त हुंदा है। ਅਤੇ कई राज जिवें बिहार, उड़ीसा, मध्य प्रदेश केंद्रीय सरकार ਦੇ ਵੱਡੇ ਸਥਾਪਨ ਚ ਕਾਫੀ ਧਨ ਨਿਵੇਸ਼ ਤਾਂ ਕੀਤਾ ਹੈ, परंतु इस नाल कुछ वड्डे उद्योगां नूं छड्ड के बाकी वड्डे उद्योग लघु ਅਤੇ कुटीर उद्योगां नूं कोई प्रोत्साहन नहीं मिल पाया। यानी खेतरी असमानता जिहड़ी है ਉਹ ਸਾਡੀ ਭਾਰਤਿਕ ਜਿਹੜੇ ਵਿਕਾਸ ਦੀ ਇੱਕ ਮੁੱਖ ਸਮੱਸਿਆ ਹੈ, ਜਿਸ ਕਰਕੇ ਸਾਡਾ ਉਦਯੋਗਿਕ ਵਿਕਾਸ ਨਹੀਂ ਹੋ ਪਾ ਰਿਹਾ। 10-5 ਸਾਲਾ ਯੋਜਨਾ ਤੋਂ ਬਾਅਦ ਵੀ ਅੱਜ ਵੀ ਦੇਸ਼ ਵਿੱਚ ਉਦਯੋਗਿਕ ਵਿਕਾਸ ਨਾਲ ਸੰਬੰਧਿਤ ਖੇਤੀ ਸਮਾਨਤਾ ਵਿੱਚ ਕਮੀ ਨਹੀਂ ਆਈ ਹੈ। ਕਈ ਪਿਛੜੇ ਇਲਾਕੇ ਅਜਿਹੇ ਹਨ ਜਿਨ੍ਹਾਂ 'ਚ ਕੋਈ ਵੀ ਫੈਕਟਰੀ ਜਾਂ ਕਿਸੇ ਤਰ੍ਹਾਂ ਦਾ ਉਦਯੋਗ ਸਥਾਪਿਤ ਸਰਕਾਰ ਕਰਨ ਦੀ ਕਾਮਯਾਬ ਨਹੀਂ ਹੋਈ ਹੈ, ਔਰ ਕਈ ਐਸੇ ਖੇਤਰ ਹਨ ਜਿਨ੍ਹਾਂ 'ਚ ਲਗਾਤਾਰ ਬਹੁਤ ਸਾਰੇ ਉਦਯੋਗ ਲੱਗੇ ਹਨ। ਅੱਗੇ ਕਰੀਏ ਗੱਲ ਬੇਟਾ, ਆਂਦਾ ਹੈ ਨੁਕਸਦਾਰ ਉਦਯੋਗਿਕ ਢਾਂਚਾ। एक बहुत इंपॉर्टेंट पॉइंट है। साडे देश का जिहड़ा उद्योगिक ढांचा है वो बहुत फॉल्टी है। फॉल्टी किस तरीके नाल है जे देखिए, अमीर लोगों द्वारा खरीदियां जाने वाली विलासता ते आराम दी वस्तुआं दा वधेरे उत्पादन किया जाता, क्योंकि उद्योगपति तक उत्पादन करता है अपने फायदे लिए, लाभ दे लिए, और वो उद्योग पहले लगाए ज्यादा गए जिवें जिहड़े कि विलासता दी वस्तुआं या आराम करन दी वस्तुआं वाले सन, जिवें कि टैलीविजन उद्योग, कारां, एयर कंडीशन, वॉशिंग मशीनां आदि दा निवेश किया गया। और दूजे पासे जिहड़े आम जनता दे उपयोग दी वस्तुआं ने जिवें मोटा कपड़ा, खंड, वनस्पति तेल, होर दूजी जरूरतां वाले मजदूरी पदार्थां दे उत्पादन दे उद्योग ਉਹ ਉਹਨਾਂ ਦੀ ਤੁਲਨਾ 'ਚ ਘੱਟ ਨਿਵੇਸ਼ ਕੀਤਾ, ਕਿਉਂਕਿ ਉਹਨਾਂ ਤੋਂ ਲਾਭ ਦੀ ਆਸ ਘੱਟ ਹੁੰਦੀ ਹੈ। ਔਰ ਇਸ ਨੁਕਸਦਾਰ ਉਦਯੋਗਿਕ ਢਾਂਚੇ ਦਾ ਵੀ ਸਾਡੇ ਭਾਰਤ ਵਿੱਚ ਉਦਯੋਗਿਕ ਉਤਪਾਦਨ ਤੇ ਬਹੁਤ ਅਸਰ ਪਿਆ ਹੈ। ਹੁਣ ਵਿਲਾਸਤਾ ਲਈ ਆਰਾਮ ਦੀ ਵਸਤੂਆਂ ਦੀ ਪੂਰਤੀ ਉਹਨਾਂ ਦੀ ਮੰਗ ਦੀ ਤੁਲਨਾ 'ਚ ਵਧੇਰੇ ਹੋਣ ਕਰਕੇ ਉਹਨਾਂ ਦੀ ਬਾਜ਼ਾਰ ਮੰਦੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਇਸ ਦੇ ਉਦਯੋਗਿਕ ਵਿਕਾਸ ਤੇ ਬੁਰਾ असर ਹੁੰਦਾ है। इस दे उलट मजदूरी पदार्थों की पूर्ति उन्होंने मंग तो घट होंदी है। जिन्नी डिमांड वेज प्रोडक्ट्स की मजदूरी पदार्थों की होंदी है उन्नी साडे कोल सप्लाई नहीं होंदी, जिस कर कीमतां 'च वाधा होंदा है, इन्फ्लेशन होंदी है अते रोजगार विच वधेरे वाधा नहीं होंदा। यानी यह कहा जाए कि नुकसदार उद्योगिक ढांचा भी साडे उद्योगिक उत्पादन का बहुत ही इंपॉर्टेंट हिस्सा है, जिस करके साडे देश का सही तरीके दे नाल इंडस्ट्रीयल डिवेलपमेंट नहीं हो पाई है। अगे गल करते हाँ तो साडे कोल है उत्पादन समर्था की घट वरतों। उत्पादन समर्था की है, पहले तो असीं यह देखिए उत्पादन समर्था यानी किसी फैक्ट्री की किसी चीज की बनाने की समर्था, अर्थात वो कितनी वस्तु बना सकता है कि वो 100 वस्तुआं पैदा करता है तो उसकी उत्पादन समर्था 100 है। दूजे पासे जे अपनी 100 उत्पादन समर्था के मुकाबले घट उत्पादन करता है, घट प्रोडक्शन करता है, तो इट मीन कि वो अपनी उत्पादन समर्था की घट वरतों करता है। तो कई खेत्र जिहड़े ने वो अपनी उत्पादन समर्था का 70, 80, 90% यूज करते हैं, पर कई खेत्र जिवें बिजली के समान उत्पादन करने उद्योगों का 40%, सैनिटरी उद्योगों का 67%, कपड़ा ते खंड उद्योगों का 80% उत्पादन समर्था का ही प्रयोग किया। यानी कि देखिए तो बिजली के समान का जो 60% उत्पादन समर्था तो घट प्रयोग कर रहे हैं। यानी वो जो 100 चीज़ा बना सकते सी वो 40 बना रहे हैं। जो कपड़ा ते खंड उद्योग जो 100 चीज़ा बना सकते सी, ये 100 बोरी खंड बना सकते तो 80 बोरी खंड बना सकते हैं। इट मीन कि उत्पादन समर्था की घट वरतों भी जिहड़ी है ये साडे भारती उद्योगिक विकास दे विच बहुत वड्डी रुकावट है। वित्तीय स्थिति और रोजगार समर्था विच हानि हुंदी है, जिस नाल उद्यमियों का लाभ घट जाता है, उन्होंने होर ज्यादा इन्वेस्टमेंट प्रोत्साहन नहीं मिलता और उद्योग विच नवी निवेश घट हुंदी है। इसका उद्योगिक विकास से बहुत बुरा असर
ਪੈਂਦਾ ਹੈ। ਅਗਲੀ ਗੱਲ ਕਰੀਏ ਤਾਂ ਸਾਡੇ ਕੋਲ ਆਇਆ ਅਕੁਸ਼ਲ ਜਨਸੰਖਿਆ ਖੇਤਰ। ਦੇਖੋ ਇਹਦੇ 'ਚ ਬਹੁਤ ਸਮਝਣ ਦੀ ਗੱਲ ਹੈ। ਜਿੱਥੇ ਅਸੀਂ ਕਿਤੇ ਗੱਲ ਕਰਦੇ ਹਾਂ ਕਿ ਕਿਸੇ ਦੇਸ਼ ਦੇ ਵਿਕਾਸ ਦੇ ਲਈ ਜਨਤਕ ਜਾਂ ਸਰਵਜਨਕ ਖੇਤਰ ਦੀ ਬਹੁਤ ਇੰਪੋਰਟੈਂਟ ਭੂਮਿਕਾ ਹੈ, ਤੇ ਉੱਥੇ ਜਦੋਂ ਕੋਈ ਜਨਤਕ ਖੇਤਰ ਜਾਂ ਸਰਵਜਨਕ ਖੇਤਰ ਅਕੁਸ਼ਲ ਤਰੀਕੇ ਦੇ ਨਾਲ ਕੰਮ ਕਰਦਾ ਹੈ ਤਾਂ ਉਸ ਨਾਲ ਦੇਸ਼ ਦਾ ਵਿਕਾਸ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਸਾਡੇ ਭਾਰਤ ਦੇ ਵਿੱਚ ਬਹੁਤ ਸਾਰੇ ਸਰਵਜਨਕ ਖੇਤਰ ਹਨ, ਲਗਭਗ 350 ਦੇ ਕਰੀਬ ਸਰਵਜਨਕ ਖੇਤਰ ਹਨ, ਪਰ ਨਿਵੇਸ਼ ਦੀ ਮਾਤਰਾ 'ਚ ਤੇ ਬਹੁਤ ਵਾਧਾ ਹੋਇਆ ਹੈ, ਪਰੰਤੂ ਇਹਨਾਂ ਦੀ ਕਾਰਜ ਕੁਸ਼ਲਤਾ ਬਹੁਤ ਮਾੜੀ ਰਹੀ ਹੈ। ਇਹਨਾਂ 'ਚ ਬਹੁਤ ਸਾਰੇ ਸਿੱਖ ਯੂਨਿਟ ਹੋ ਗਏ, ਪਰੰਤੂ ਇਹਨਾਂ ਦੀ ਜ਼ਿਆਦਾਤਰ ਉਦਮ ਅਕੁਸ਼ਲ ਹੋਏ ਸਿੱਧ ਹੋਏ ਹਨ। ਕੁਝ ਉਦਯੋਗਾਂ ਨੂੰ ਤਾਂ ਲਾਭ ਦੀ ਥਾਂ ਤੇ ਬਹੁਤ ਜ਼ਿਆਦਾ ਹਾਨੀ ਹੋਈ। ਸਰਵਜਨਕ ਖੇਤਰ ਦੀ ਕੁਸ਼ਲਤਾ ਦੇ ਕਾਰਨ ਕਈ ਹਨ, ਜਿਵੇਂ ਰਾਜਨੀਤਿਕ ਦਖਲਅੰਦਾਜ਼ੀ, ਅਕੁਸ਼ਲ ਪ੍ਰਬੰਧਨ, ਮਜ਼ਦੂਰਾਂ ਦੀ ਕੁਸ਼ਲਤਾ, ਬਿਜਲੀ ਦੀ ਘਾਟ, ਅਨਾਰਥੀ ਕੀਮਤ ਜਾਂ ਹੋਰ ਕਈ ਅਜਿਹੇ ਕਾਰਨ ਜਿਨ੍ਹਾਂ ਕਰਕੇ ਸਰਵਜਨਕ ਜਿਹੜੇ ਜਨਤਕ ਖੇਤਰ ਦੇ ਜਿਹੜੇ ਫੈਕਟਰੀਆਂ ਸਨ, ਜਿਨ੍ਹਾਂ ਨੂੰ ਦੇਸ਼ ਦੇ ਵਿਕਾਸ ਦੇ ਲਈ, ਦੇਸ਼ ਦੇ ਉਦਯੋਗਾਂ ਦੇ ਵਿਕਾਸ ਲਈ ਬਹੁਤ ਵੱਡਾ ਯੋਗਦਾਨ ਪਾਉਣਾ ਚਾਹੀਦਾ ਸੀ, ਉਹ ਇਹ ਨਹੀਂ ਕਰ ਪਾਈਆਂ, ਜਿਸ ਕਰਕੇ ਸਾਡੇ ਦੇਸ਼ ਦਾ ਆਰਥਿਕ ਵਿਕਾਸ ਜਿਹੜਾ ਹੈ ਉਹ ਜਿਹੜਾ ਘਟਿਆ ਹੈ, ਉਹਦੇ ਤੇ ਮੁਸ਼ਕਲ ਆਈ ਹੈ। ਸਰਵਜਨ ਖੇਤਰ ਦਾ ਅਕੁਸ਼ਲ ਹੋਣਾ, ਅਕੁਸ਼ਲਤਾ ਜਿਹੜੀ ਹੈ ਸਾਡੇ ਦੇਸ਼ ਦੇ ਆਰਥਿਕ ਵਿਕਾਸ ਤੇ ਇੱਕ ਰੁਕਾਵਟ ਰਹੀ ਹੈ। ਅੱਗੇ ਗੱਲ ਕਰਦੇ ਹਾਂ ਬੇਟਾ ਤਾਂ ਉਦਯੋਗਿਕ ਵਿਵਾਦ, ਇੰਡਸਟਰੀਅਲ ਡਿਸਪਿਊਟ। ਇੰਡਸਟਰੀਅਲ ਡਿਸਪਿਊਟ ਯਾਨੀ ਉਦਯੋਗਾਂ ਦੇ ਵਿੱਚ ਮੈਨੇਜਮੈਂਟ ਅਤੇ ਮਜ਼ਦੂਰਾਂ ਦੇ ਵਿੱਚ ਆਪਸੀ ਪੈਦਾ ਹੋਏ ਵਿਵਾਦ। ਕਈ ਤਰ੍ਹਾਂ ਦੇ ਵਿਵਾਦ ਹੋ ਸਕਦੇ ਹਨ। ਉਦਯੋਗਿਕ ਝਗੜੇ ਜਿਨ੍ਹਾਂ ਨੂੰ ਉਹ ਵੀ ਭਾਰਤ ਦੇ ਵਿੱਚ ਮਜ਼ਦੂਰ ਸੰਘਾਂ ਦੀ ਮੌਜੂਦਗੀ ਕਰਕੇ ਮਾਲਕਾਂ ਅਤੇ ਮਜ਼ਦੂਰ ਸੰਘਾਂ ਦੇ ਵਿੱਚ ਬਹੁਤ ਸਾਰੇ ਅਜਿਹੇ ਹੜਤਾਲਾਂ, ਝਗੜੇ, ਤਾਲਾਬੰਦੀਆਂ ਹੁੰਦੀਆਂ ਰਹਿੰਦੀਆਂ। ਇਸ ਕਾਰਨ ਉਤਪਾਦਕ ਘੱਟ ਹੁੰਦਾ ਹੈ, ਉਦਯੋਗਾਂ ਦਾ ਲਾਭ ਘਟਦਾ ਹੈ, ਉਦਯੋਗਾਂ ਦੇ ਬੰਦ ਹੋਣ ਕਾਰਨ ਬੇਰੁਜ਼ਗਾਰੀ ਵੱਧਦੀ ਹੈ। ਦੇਖੋ ਆਪਸ ਚ ਇੰਟਰਲੇਟਡ ਸਾਰੀ ਚੀਜ਼ਾਂ ਹੋ ਗਈਆਂ। ਜੇ ਉਦਯੋਗ ਬੰਦ ਰਹਿਣਗੇ ਉਤਪਾਦਨ ਦਾ ਲਾਭ ਘੱਟ ਹੋਏਗਾ, ਲਾਭ ਘੱਟ ਹੋਏਗਾ, ਰੁਜ਼ਗਾਰ ਘੱਟ ਮਿਲੇਗਾ, ਬੇਰੁਜ਼ਗਾਰੀ ਵਧੇਗੀ। 2007 ਵਿੱਚ ਵੱਡੀਆਂ ਉਦਯੋਗਿਕ ਇਕਾਈਆਂ 'ਚ 399 ਹੜਤਾਲਾਂ ਤੇ ਤਾਲਾਬੰਦੀ ਹੋਈਆਂ ਔਰ 271.7 ਲੱਖ ਮਨੁੱਖੀ ਦਿਨਾਂ ਦੀ ਹਾਨੀ ਹੋਈ। ਹਾਲ ਦੇ ਕੁਝ ਸਾਲਾਂ ਵਿੱਚ ਇਹ 'ਚ ਸੁਧਾਰ ਤਾਂ ਹੋਇਆ ਹੈ ਔਰ 2011 ਦੇ ਵਿੱਚ ਹੜਤਾਲਾਂ ਦੀ, ਤਾਲੇਬੰਦੀ ਦੀ ਕੁੱਲ ਜਿਹੜੀ ਗਿਣਤੀ ਸੰਖਿਆ ਘਟ ਕੇ ਸਿਰਫ 135 ਹੜਤਾਲਾਂ ਜਾਂ ਤਾਲੇਬੰਦੀਆਂ ਹੋਈਆਂ ਔਰ ਇਸ ਕਾਰਨ ਕੁੱਲ ਮਨੁੱਖੀ ਦਿਨਾਂ ਦੀ ਹਾਨੀ ਵੀ ਘਟ ਕੇ ਜਿਹੜੀ ਹੈ 144 ਲੱਖ ਰਹਿ ਗਈ। 2013 ਦੇ ਵਿੱਚ ਮਨੁੱਖੀ ਦਿਨਾਂ ਦੀ ਹਾਨੀ ਘਟ ਕੇ 36 ਲੱਖ ਹੋ ਗਈ। ਮਨੁੱਖੀ ਦਿਨਾਂ ਦੀ ਨੁਕਸਾਨ, ਮਜ਼ਦੂਰਾਂ ਦੀ ਬੇਰੁਜ਼ਗਾਰੀ ਵਧਣਾ, ਤਾਲੇਬੰਦੀ ਹੋਣਾ, ਫੈਕਟਰੀਆਂ ਦੀ ਬੰਦ ਹੋਣਾ, ਇਹ ਵੀ ਉਦਯੋਗਿਕ ਵਿਕਾਸ ਦੇ ਵਿੱਚ ਬਹੁਤ ਵੱਡੀ ਰੁਕਾਵਟ ਹਨ। ਭਾਰਤ ਦੇ ਵਿੱਚ ਉਦਯੋਗਿਕ ਵਿਕਾਸ ਦੇ ਵਿੱਚ ਇਸ ਦਾ ਵੀ ਇੱਕ ਕਾਰਨ ਰਿਹਾ ਹੈ, ਉਹਨਾਂ ਦੇ ਵਿਕਾਸ ਨਾ ਹੋਣ ਕਰਕੇ। ਅੱਗੇ ਗੱਲ ਕਰੀਏ ਤਾਂ ਸਿਖਲਾਈ ਪ੍ਰਾਪਤ ਮਨੁੱਖੀ ਪੂੰਜੀ, ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਬੇਟਾ। ਕਿਸੇ ਉਦਯੋਗ ਦੇ ਲਈ ਕਈ ਤਰ੍ਹਾਂ ਦੀ ਲੇਬਰ ਦੀ ਲੋੜ ਪੈਂਦੀ ਹੈ। ਸਕਿਲਡ ਲੇਬਰ ਦੀ ਲੋੜ ਵੀ ਪੈਂਦੀ ਹੈ ਤੇ ਅਨਸਕਿਲਡ ਲੇਬਰ ਦੀ ਲੋੜ ਵੀ ਪੈਂਦੀ ਹੈ। ਸਕਿਲਡ ਲੇਬਰ ਜਿਵੇਂ ਤੁਹਾਨੂੰ ਪਤਾ ਹੈ ਜਿਹੜੀ ਸਿਖਲਾਈ ਪ੍ਰਾਪਤ ਪੂਰੀ ਸਕਿਲਡ ਹੋਵੇ, ਜਿਹਨੂੰ ਪੂਰਾ ਗਿਆਨ ਹੋਵੇ, ਔਰ ਅਨਸਕਿਲਡ ਜਿਹੜੀ ਜਿਹਨੂੰ ਪੂਰਾ ਉਸ ਬਾਰੇ ਗਿਆਨ ਨਹੀਂ, ਬਹੁਤੀ ਪੜ੍ਹੀ ਲਿਖੀ ਨਹੀਂ ਹੈ, ਉਹ ਸਿਰਫ ਛੋਟੇ ਮੋਟੇ ਕੰਮ ਕਰਨ ਦੇ ਲਈ ਲਗਾਈ ਜਾਂਦੀ ਹੈ। ਭਾਰਤ ਵਿੱਚ ਉਦਯੋਗਾਂ ਦੇ ਵਿਕਾਸ ਵਿੱਚ ਮੁੱਖ ਸਮੱਸਿਆ ਮਨੁੱਖੀ ਪੂੰਜੀ ਦੀ ਅਕੁਸ਼ਲਤਾ ਹੈ। ਯਾਨੀ ਭਾਰਤ ਦੇ ਮਜ਼ਦੂਰ ਅਤੇ ਉਦਮੀ ਜਿਹੜੇ ਨੇ ਉਹ ਬਹੁਤੇ ਪੜ੍ਹੇ ਲਿਖੇ, ਸਿਹਤ ਪੱਖੋਂ, ਕੁਸ਼ਲਤਾ, ਤਕਨੀਕੀ ਮਹਾਰਤ ਪੱਖੋਂ ਇੰਨੇ ਜ਼ਿਆਦਾ ਕੁਸ਼ਲ ਨਹੀਂ ਹਨ। ਉਹਨਾਂ 'ਚ ਸਿਖਲਾਈ ਦੀ ਕਮੀ ਹੈ। ਜ਼ਿਆਦਾਤਰ ਤਾਂ ਪਿੰਡਾਂ ਤੋਂ ਕੰਮ ਵਾਲੇ ਸ਼ਹਿਰ ਆਉਂਦੇ ਹਨ, ਕੰਮ ਕਰਦੇ ਹਨ, ਸ਼ਾਮ ਨੂੰ ਆਪਣੇ ਘਰਾਂ 'ਚ ਪਿੰਡਾਂ 'ਚ ਚਲੇ ਜਾਂਦੇ ਹਨ ਔਰ ਉਹਨਾਂ ਮਜ਼ਦੂਰਾਂ ਦੀ ਕੁਸ਼ਲਤਾ ਵੀ ਘੱਟ ਹੁੰਦੀ ਹੈ। ਭਾਰਤ ਵਿੱਚ ਪੜ੍ਹੇ ਲਿਖੇ, ਮਾਹਿਰ ਅਤੇ ਜੋਖਿਮ ਉਠਾਉਣ ਵਾਲੇ ਉਦਮੀਆਂ ਦੀ ਵੀ ਘਾਟ ਹੈ। ਉਹ ਮਜ਼ਦੂਰਾਂ ਨੂੰ ਵੇਤਨ ਘੱਟ ਦੇ, ਨੋ ਡਾਊਟ। ਜਿਹੜਾ ਕਿ ਸਕਿਲਡ ਲੇਬਰ ਹੈ ਉਹਨੂੰ ਵੇਤਨ ਜ਼ਿਆਦਾ ਮਿਲਦਾ ਹੈ, ਜਿਹੜਾ ਅਨਸਕਿਲਡ ਹੈ ਉਹਨੂੰ ਵੇਤਨ ਘੱਟ ਮਿਲਦਾ ਹੈ, ਜਿਸ ਕਰਕੇ ਉਹਨਾਂ 'ਚ ਵੀ ਬਹੁਤਾ ਸਕਿੱਲ, ਕੁਸ਼ਲਤਾ 'ਚ ਵਾਧਾ ਕਰਨ ਦੀ ਜਿਹੜੀ ਪ੍ਰਵਿਰਤੀ ਹੈ ਉਹ ਨਹੀਂ ਆਉਂਦੀ ਕਿ ਉਹ ਆਪਣੀ ਸਕਿੱਲ ਨੂੰ ਵਧਾਉਣ। ਔਰ ਮਨੁੱਖੀ ਪੂੰਜੀ ਦੀ ਅਕੁਸ਼ਲਤਾ ਉਦਯੋਗਾਂ ਦੇ ਵਿਹੜੇ ਦੀ ਮੁੱਖ ਸਮੱਸਿਆ ਬਣ ਗਈ ਹੈ। ਔਰ
ਭਾਰਤ ਦੇ ਉਦਯੋਗਿਕ ਵਿਕਾਸ ਦੇ ਵਿੱਚ ਸਕਿਲਡ ਲੇਬਰ ਦੀ ਕਮੀ ਵੀ ਇੱਕ ਬਹੁਤ ਵੱਡਾ ਕਾਰਨ ਰਹੀ ਹੈ, ਜਿਸ ਕਾਰਨ ਸਾਡੇ ਦੇਸ਼ ਦਾ ਆਰਥਿਕ ਵਿਕਾਸ ਜਿਹੜਾ ਹੈ ਉਹ ਰੁਕਿਆ ਹੈ। ਇਸ ਤੋਂ ਅੱਗੇ ਗੱਲ ਕਰੀਏ ਬੇਟਾ ਤਾਂ ਸਾਡੇ ਕੋਲ ਆਉਂਦਾ ਗੈਪ ਬਿਟਵੀਨ ਟਾਰਗੇਟ ਤੱਕ। टारगेट यानी टीचे और अचीवमेंट यानी प्राप्तियां। ਭਾਰਤ ਦੇ ਉਦਯੋਗੀ ਵਿਕਾਸ ਦੀ ਦਰ ਨੂੰ ਪ੍ਰਾਪਤ ਕਰਨ ਲਈ ਸਰਕਾਰਾਂ ਦੁਆਰਾ ਸਮੇਂ-ਸਮੇਂ ਤੱਕ ਟੀਚੇ ਤੇ ਬਹੁਤ ਵੱਡੇ ਰੱਖੇ ਗਏ, ਪਰ ਉਹਨਾਂ ਤੋਂ ਪ੍ਰਾਪਤੀਆਂ ਜਿਹੜੀਆਂ ਨੇ ਉਹ ਬਹੁਤ ਜ਼ਰੂਰਤ ਨਾਲੋਂ ਘੱਟ ਰਹੀਆਂ। ਇਸ ਕਾਰਨ ਉਤਪਾਦਨ ਲੋੜ ਨਾਲੋਂ ਘੱਟ ਹੁੰਦਾ ਹੈ, ਕੀਮਤਾਂ 'ਚ ਵਾਧਾ ਹੋ ਜਾਂਦਾ ਹੈ, ਨਿਯੋਜਨ 'ਚ ਮੁਸ਼ਕਿਲ ਪੈਂਦੀ ਹੈ। ਸਰਕਾਰੀ ਬੁਲਾਰਿਆਂ ਅਨੁਸਾਰ ਵਿਦੇਸ਼ੀ ਮੁੰਦਰਾ ਸੰਕਟ, ਬਿਜਲੀ ਪੂੰਜੀ ਅਤੇ ਕੱਚੇ ਮਾਲ ਦੀ ਘਾਟ ਆਦਿ ਇਸ ਸਥਿਤੀ ਨਾਲ ਜ਼ਿੰਮੇਵਾਰ ਹਨ। नो डाउट ਇਹਦੇ ਵਿੱਚ ਵਿਦੇਸ਼ੀ ਮੁੰਦਰਾ ਸੰਕਟ ਵੀ ਜ਼ਿੰਮੇਵਾਰ ਹੈ, ਬਿਜਲੀ ਦੀ ਕਮੀ, ਪੂੰਜੀ ਦੀ ਕਮੀ, ਕੱਚੇ ਮਾਲ ਦੀ ਘਾਟ, ਇਹ ਸਾਰੀ ਚੀਜ਼ਾਂ ਭਾਰਤੀ ਉਦਯੋਗਿਕ ਵਿਕਾਸ ਦੇ ਵਿੱਚ ਟੀਚਿਆਂ ਅਤੇ ਪ੍ਰਾਪਤੀਆਂ ਦੇ ਅੰਤਰ ਨੂੰ ਵਧਾਉਂਦੀਆਂ ਹਨ। ਸਰਵਜਨਕ ਖੇਤਰ 'ਚ ਅਕੁਸ਼ਲਤਾ ਦੇ ਕਾਰਨ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਅਸਮਰਥ ਰਿਹਾ ਹੈ। ਜੋ ਟਾਰਗੇਟ ਸਰਕਾਰ ਦੁਆਰਾ ਸਰਵਜਨਕ ਖੇਤਰ ਦੇ ਰੱਖੇ ਜਾਂਦੇ ਹਨ ਜਾਂ ਜੋ ਉਹ ਟੀਚੇ ਰੱਖੇ ਜਾਂਦੇ ਜੋ ਪ੍ਰਾਪਤੀ ਕਰਦਾ ਉਹਨਾਂ 'ਚ ਇੱਕ ਬਹੁਤ ਵੱਡਾ ਡਿਫਰੈਂਸ ਰਹਿੰਦਾ ਹੈ। ਇਸ ਤੋਂ ਅੱਗੇ ਅਸੀਂ ਗੱਲ ਕਰੀਏ ਫਿਰ ਆਂਦਾ ਵੱਡੇ ਘਰਾਂ ਦਾ ਇੱਕ ਅਧਿਕਾਰ। ਦੇਖੋ, ਆਜ਼ਾਦੀ ਤੋਂ ਬਾਅਦ ਸਾਡੇ ਦੇਸ਼ ਦੇ ਵਿੱਚ ਸਰਕਾਰਾਂ ਦੁਆਰਾ ਬਹੁਤ ਸਾਰੀਆਂ ਪਾਲਿਸੀਆਂ ਬਣਾਈਆਂ, ਕਿਉਂਕਿ ਸਰਕਾਰਾਂ ਕੋਲ ਇੰਨਾ ਵਿੱਤ ਨਹੀਂ ਸੀ ਕਿ ਉਹ ਪਬਲਿਕ ਸੈਕਟਰ ਤੇ ਸਾਰਾ ਕੰਮ ਕਰ ਸਕੇ, ਤਾਂ ਸੋ ਕੁਝ ਵੱਡੇ ਘਰਾਣਿਆਂ ਨੂੰ ਉਹ ਪੁਰਾਣੀ ਚੀਜ਼ਾਂ ਨੂੰ ਚਲਾਉਣ ਦੀ ਇਜਾਜ਼ਤ ਵੀ ਦਿੱਤੀ ਗਈ। ਹੁਣ ਉਦਯੋਗਿਕ ਵਿਕਾਸ ਦੇ ਵਿੱਚ ਇੱਕ ਮੁੱਖ ਸਮੱਸਿਆ ਏਕਾਧਿਕਾਰ ਮੋਨੋਪੋਲੀ, ਜਿਸ ਵਿੱਚ ਇੱਕ ਦਾ ਅਧਿਕਾਰ ਅਤੇ ਆਰਥਿਕ ਸ਼ਕਤੀ ਦੇ ਕੇਂਦਰੀਕਰਨ ਦੀ ਹੈ। ਯੋਜਨਾ ਕਾਲ ਦੌਰਾਨ ਏਕਾਧਿਕਾਰ ਤੱਤਾਂ ਦੀ ਸ਼ਕਤੀ 'ਚ ਬਹੁਤ ਵਾਧਾ ਹੋਇਆ। ਇਸ ਕਰ ਸਰਕਾਰ ਦੇ ਉਦਯੋਗਿਕ ਲਾਇਸੈਂਸੀ ਨੀਤੀ ਅਤੇ ਉਦਯੋਗਿਕ ਵਿੱਤ ਦੇਣ ਵਾਲੀ ਰਾਸ਼ਟਰੀਕ੍ਰਿਤ ਸੰਸਥਾਵਾਂ ਦੀ ਸਾਖ ਨੀਤੀ ਜ਼ਿੰਮੇਵਾਰ ਹੈ, ਜੋ ਕਿ ਵਿਕਾਸ ਦੀ ਦਰ ਤੇਜ਼ ਕਰਨ ਦੀ ਆੜ ਦੇ ਵਿੱਚ ਮੋਨੋਪੋਲੀ ਕਮਿਸ਼ਨ ਜਿਹੜਾ ਹੈ ਭਾਰਤੀ ਵੱਡੇ ਘਰਾਣਿਆਂ ਅਤੇ ਵਿਦੇਸ਼ੀ ਕੰਪਨੀਆਂ ਨੂੰ ਉਹਨਾਂ ਦੇ ਉਤਪਾਦਨ ਸ਼ਕਤੀ ਦਾ ਵਿਕਾਸ ਕਰਨ, ਵਿਸਥਾਰ ਕਰਨ ਦੀ ਭਾਰਤ ਸੰਖਿਆ ਦਾ ਸਹਾਇਤਾ ਦਿੱਤੀ ਹੈ। ਇਹਦੇ ਨਾਲ ਤੁਸੀਂ ਦੇਖਿਆ ਕਿ ਕਈ ਵਾਰੀ ਅਸੀਂ ਜ਼ਿਕਰ ਕਰਦੇ ਹਾਂ ਕਿ ਬਹੁਤ ਵੱਡੇ ਘਰਾਣਿਆਂ ਕੋਲ ਲਗਭਗ ਪਹਿਲੇ 10% ਘਰਾਣਿਆਂ ਕੋਲ ਦੇਸ਼ ਦਾ 70-80% ਜਿਹੜਾ ਬਿਜ਼ਨਸ ਹੈ ਉਹ ਉਹਨਾਂ ਦੇ ਹੱਥ ਦੇ ਵਿੱਚ ਹੈ। ਵੱਡੇ ਘਰਾਣਿਆਂ ਦੇ ਵਿੱਚ ਮੇਨ ਬਿਜ਼ਨਸ ਜਿਵੇਂ ਅਸੀਂ ਕਹਿ ਸਕਦੇ ਹਾਂ ਉਹ ਉਹਨਾਂ ਦੇ ਕੋਲ ਹਨ, ਔਰ ਬਾਕੀ ਥੋੜਾ ਹਿੱਸਾ ਜਿਹੜਾ ਬਿਜ਼ਨਸ ਦਾ 10% ਹਿੱਸਾ ਉਹ ਸਾਰੇ ਬਾਕੀ ਲੋਕਾਂ ਦੇ ਹੱਥ ਵਿੱਚ ਹੈ। ਉਹਦਾ ਕਾਰਨ ਇਹ ਜਿਹੜਾ ਏਕਾਧਿਕਾਰ ਹੈ, ਇਹ ਸਮੱਸਿਆ ਹੈ, ਜਿਸ ਕਰਕੇ ਦੇਸ਼ ਦਾ ਉਦਯੋਗਿਕ ਵਿਕਾਸ ਪੂਰੀ ਤਰ੍ਹਾਂ ਸੰਭਵ ਨਹੀਂ ਹੋ ਸਕਿਆ, ਅੱਗੇ ਦੇਸ਼ ਨਹੀਂ ਵੱਧ ਸਕਿਆ। ਅੱਗੇ ਗੱਲ ਕਰੀਏ ਲਘੂ ਉਦਯੋਗਾਂ ਦਾ ਘੱਟ ਵਿਕਾਸ। ਆਜ਼ਾਦੀ ਤੋਂ ਪਹਿਲੇ ਅੰਗਰੇਜ਼ਾਂ ਦੀ ਨੀਤੀ ਕਰਕੇ ਸਾਡੇ ਦੇਸ਼ ਦੇ ਲਘੂ ਉਦਯੋਗ, ਕੁਟੀਰ ਉਦਯੋਗ, ਘਰੇਲੂ ਉਦਯੋਗ ਸਾਰੇ ਬਹੁਤ ਜ਼ਿਆਦਾ ਨਸ਼ਟ ਹੋ ਗਏ ਸਨ, ਲੇਕਿਨ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਇੰਨਾ ਜ਼ਿਆਦਾ ਕੋਈ ਇਹਨਾਂ ਵਾਸਤੇ ਉਪਰਾਲਾ ਨਹੀਂ ਕੀਤਾ ਗਿਆ। ਦੇਸ਼ ਦੇ ਉਦਯੋਗੀਕਰਨ ਦੇ ਸਿੱਟੇ ਲਘੂ ਉਦਯੋਗ ਦੀ ਤੁਲਨਾ ਵਿੱਚ ਵੱਡੇ ਉਦਯੋਗ ਵਧੇਰੇ ਤੇਜ਼ੀ ਨਾਲ ਵਿਕਾਸ ਹੋਇਆ। ਵੱਡੇ ਉਦਯੋਗਾਂ ਦੇ ਰੁਜ਼ਗਾਰ ਦੇ ਰੂਪ 'ਚ 46%, ਉਤਪਾਦਨ ਦੇ ਪੂੰਜੀ ਦੇ ਰੂਪ 'ਚ 69%, ਮੁੱਲ ਵਾਧੇ ਦੇ ਰੂਪ 52% ਸੀ। ਪਰ ਇਸ ਦੇ ਉਲਟ ਛੋਟੇ ਉਦਯੋਗਾਂ ਦੇ ਪੂੰਜੀ ਦਾ ਯੋਗਦਾਨ ਸਿਰਫ 5% ਸੀ, ਜਦਕਿ ਉੱਥੇ 69% ਸੀ। ਔਰ ਰੁਜ਼ਗਾਰ ਦੇ ਰੂਪ 'ਚ ਸਿਰਫ 14% ਲੋਕਾਂ ਨੂੰ ਰੁਜ਼ਗਾਰ ਦੇ ਪਾਏ ਅਤੇ ਮੁੱਲ ਵਾਧੇ ਦੇ ਰੂਪ 'ਚ 8%। ਭਾਰਤ ਵਰਗੇ ਗਰੀਬ ਦੇਸ਼ ਵਿੱਚ ਵੱਡੇ ਉਦਯੋਗਾਂ ਦੀ ਬਜਾਏ ਲਘੂ ਉਦਯੋਗ ਜੋ ਕਿ ਕਿਰਤ ਪ੍ਰਧਾਨ ਹੁੰਦੇ ਹਨ ਵਧੇਰੇ ਮਹੱਤਵ ਹੋਣਾ ਚਾਹੀਦਾ। ਕਿਰਤ ਪ੍ਰਧਾਨ ਉਦਯੋਗਾਂ ਨੂੰ ਮਹੱਤਵ ਦੇਣਾ ਚਾਹੀਦਾ ਹੈ। ਅੱਗੇ ਗੱਲ ਕਰੀਏ ਮੈਜਰ ਟੂ ਸੋਲਵ ਇੰਡਸਟਰੀਅਲ ਪ੍ਰੋਬਲਮ, ਕੀ ਤਰੀਕੇ ਹਨ। ਜਨਤਕ ਖੇਤਰ ਦਾ ਕੁਸ਼ਲਤਾ 'ਚ ਵਾਧਾ ਕਰਨਾ ਚਾਹੀਦਾ ਹੈ ਤਾਂ ਕਿ ਜੋ ਸਰਵਜਨਕ ਖੇਤਰ ਹੈ ਉਹਦਾ ਵਿਕਾਸ ਹੋਵੇ, ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਮਿਲਣ ਅਤੇ ਉਦਯੋਗੀਕਰਨ ਦਾ ਵਾਧਾ ਹੋਵੇ। ਨਿੱਜੀ ਖੇਤਰ ਦਾ ਵਿਕਾਸ ਹੋਣਾ ਚਾਹੀਦਾ ਕਿ ਜ਼ਿਆਦਾ ਤੋਂ ਜ਼ਿਆਦਾ ਨਿੱਜੀ ਖੇਤਰ ਦੇ ਲੋਕ ਇੱਥੇ ਕਾਰਖਾਨੇ ਲਗਾਉਣ ਦੇ ਨਾਲ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਦੇਸ਼ 'ਚ ਉਦਯੋਗਾਂ ਦਾ ਵਿਕਾਸ ਹੋਏਗਾ। ਵਿਦੇਸ਼ੀ ਪੂੰਜੀ ਨੂੰ ਪ੍ਰੋਤਸਾਹਨ ਦੇਣਾ ਚਾਹੀਦਾ ਹੈ, ਜ਼ਿਆਦਾ ਤੋਂ ਜ਼ਿਆਦਾ ਵਿਦੇਸ਼ੀ ਪੂੰਜੀ ਜਿਹੜੀ ਹੈ ਉਹ ਦੇਸ਼ 'ਚ ਆਏ ਤਾਂ ਕਿ ਦੇਸ਼ 'ਚ ਜਿਹੜੀ ਪੂੰਜੀ ਦੀ ਕਮੀ ਹੈ ਉਹ ਪੂਰੀ ਹੋ ਸਕੇ। ਡਿਵੈਲਪਮੈਂਟ ਆਫ ਐਗਰੋ ਇੰਡਸਟਰੀ, ਖੇਤੀ ਉਦਯੋਗਾਂ ਦਾ ਵਿਕਾਸ ਜਿਹੜਾ ਹੈ ਉਹਨੂੰ ਬੜਾਵਾ ਦੇਣਾ ਚਾਹੀਦਾ ਹੈ। ਕੁਦਰਤੀ ਸਰੋਤਾਂ ਦਾ ਵਿਕਾਸ ਜਿਹੜਾ ਹੈ ਉਹਨੂੰ ਕਰਨਾ ਚਾਹੀਦਾ ਹੈ ਕਿ ਅਜੇ ਵੀ ਅੱਜ ਸਾਡੇ ਦੇਸ਼ ਦੇ ਕਈ ਨੈਚੁਰਲ ਰਿਸੋਰਸ ਜਿਹੜੇ ਉਹਨਾਂ ਦਾ ਪੂਰਾ ਵਿਕਾਸ ਨਹੀਂ ਹੋ ਪਾਇਆ ਹੈ। ਨਵੀਨਤਮ ਤਕਨੀਕਾਂ ਅਤੇ ਮਸ਼ੀਨਰਾਂ ਦੀ ਜਿਹੜੀ ਇੰਪੋਰਟ ਹੈ ਉਹ ਹੋਣੀ ਚਾਹੀਦੀ ਹੈ ਤਾਂ ਕਿ ਸਾਡਾ ਪ੍ਰੋਡਕਸ਼ਨ ਜਿਹੜਾ ਹੈ ਉਹ
ਬਾਕੀ ਦੇਸ਼ਾਂ ਦੇ ਮੁਕਾਬਲੇ ਹੋ ਸਕੇ, ਸਾਡਾ ਦੇਸ਼ ਅੱਗੇ ਤਰੱਕੀ ਕਰ ਸਕੇ ਔਰ ਉਦਯੋਗਿਕ ਵਿਕਾਸ ਹੋਵੇ। ਨਿਰਮਾਣ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਨਿਰਯਾਤ ਮੁਖੀ ਉਦਯੋਗਾਂ ਦੀ ਸਥਾਪਨਾ ਦੀ ਜ਼ਰੂਰਤ ਹੈ ਔਰ ਉਦਯੋਗਿਕ ਸ਼ਾਂਤੀ ਦੀ ਜ਼ਰੂਰਤ ਹੈ। ਸੋ ਬੇਟਾ ਅੱਜ ਅਸੀਂ ਜਿਹੜਾ ਟੌਪਿਕ ਪ੍ਰੋਬਲਮ ਆਫ ਇੰਡਸਟਰੀਅਲ ਡਿਵੈਲਪਮੈਂਟ ਇੰਡੀਆ ਹੈ ਉਹ ਕੀਤਾ ਹੈ ਔਰ ਇਹ 'ਚ ਬੜਾ ਕਲੀਅਰ ਹੋ ਗਿਆ ਕਿ ਦੇਸ਼ ਦੇ ਵਿੱਚ ਉਦਯੋਗਿਕ ਵਿਕਾਸ 'ਚ ਸਾਡੇ ਦੇਸ਼ ਨੂੰ ਕਿਹੜੀ ਕਿਹੜੀ ਸਮੱਸਿਆ ਆ ਰਹੀਆਂ ਹਨ, ਉਹਨਾਂ ਨੂੰ ਅਸੀਂ ਇੱਥੇ ਡਿਸਕਸ ਕੀਤਾ ਹੈ। ਆਸ ਕਰਦਾ ਹਾਂ ਕਿ ਤੁਸੀਂ ਇਹ ਸਭ ਸਮਝ ਗਏ ਹੋਵੋਗੇ। ਧੰਨਵਾਦ ਬੇਟਾ।